ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਝੂਠੇ ਅੱਖਰ। ਮੇਰੀ ਮਾਂ ਇੰਨੀ ਬੁੱਢੀ ਨਹੀਂ ਜਿੰਨੀ ਵੇਖਣ ਨੂੰ ਲੱਗਦੀ ਹੈ। ਜੇ ਕੋਈ ਗੱਲ ਸੋਚ ਰਹੀ ਹੋਵੇ ਤਾਂ ਉਹਦਾ ਮੱਥਾ ਤਿਉੜੀ ਦੀਆਂ ਲਕੀਰਾਂ ਨਾਲ ਭਰ ਜਾਂਦਾ ਹੈ। ਨੱਕ ਦੀ ਕੋਠੀ ਤੋਂ ਸ਼ੁਰੂ ਹੋ ਕੇ ਵਾਲਾਂ ਤੱਕ ਦੀਆਂ ਲਕੀਰਾਂ ਦਾ ਲਹਿਰੀਆ ਬਣ ਜਾਂਦਾ ਹੈ। ਮੇਰੀ ਨਾਨੀ ਨਾਮ ਧਾਰਨ ਸੀ। ਉਹ ਸਦਾ ਆਪਣੇ ਆਪ ਨੂੰ ਕੂਕਿਆਂ ਦੀ ਧੀ ਕਹਿ ਕੇ ਗੱਲ ਕਰਦੀ ਸੀ ਅਤੇ ਮੇਰੀ ਮਾਂ ਕੂਕਿਆਂ ਦੀ ਦੋਹਤਰੀ ਹੈ। ਉਹਨੂੰ ਬਹਾਦਰੀ ਅਤੇ ਵਿੱਦਿਆ ਦੀਆਂ ਪਰੰਪਰਾਵਾਂ ਪਸੰਦ ਹਨ। ਮੇਰੀ ਮੁੱਢਲੀ ਵਿੱਦਿਆ ਆਰੀਆ ਸਕੂਲ ਦੀ ਹੈ, ਜਿੱਥੇ ਪੰਜਾਬੀ ਨਹੀਂ ਸੀ ਪੜ੍ਹਾਈ ਜਾਂਦੀ, ਉਰਦੂ ਅਤੇ ਹਿੰਦੀ ਪੜ੍ਹਾਈ ਜਾਂਦੀ ਸੀ। ਗਾਇਤਰੀ ਮੰਤਰ ਕੰਠ ਕਰਾਏ ਜਾਂਦੇ ਸੀ। ਮੁੱਢਲੀ ਉਮਰੇ ਜਿਹੜੀ ਪੰਜਾਬੀ ਮੈਂ ਪੜ੍ਹੀ ਉਹ ਘਰ 'ਚ ਹੀ ਮਾਪਿਆਂ ਨੇ ਪੜ੍ਹਾਈ ਅਤੇ ਜਾਂ ਫਿਰ ਪਿੱਛੋਂ ਜਾ ਕੇ ਕਿਸੇ ਕਹਾਣੀਆਂ ਪੜ੍ਹਨ ਦੇ ਸ਼ੌਕ ਨਾਲ ਪੜ੍ਹੀ ਹੋਈ। ਮੇਰੇ ਪਿੰਡ ਮੇਰੇ ਨਾਲ ਭੂਆ ਦੇ ਬੱਚੇ ਇਕੱਠੇ ਪਾਲੇ ਅਤੇ ਨਾਨਕੇ ਪਿੰਡ ਮੇਰੇ ਮਾਮੇ ਜਿਹੜੇ ਮਾਂ ਨਾਲੋਂ ਬਹੁਤ ਛੋਟੇ ਹੋਣ ਕਾਰਨ ਮੇਰੇ ਹਾਣੀ ਸਨ ਅਤੇ ਸਾਡੇ ਲਈ ਕੱਚੇ ਲਿੱਪੇ ਹੋਏ ਦਲਾਨ 'ਚ ਫਰਸ਼ ਉੱਤੇ ਸਵਾਹ ਵਿਛਾ ਦਿੱਤੀ ਜਾਂਦੀ। ਸਾਨੂੰ ਇਸ ਸਵਾਹ ਵਿੱਚ ਊੜਾ ਐੜਾ ਈੜੀ ਲਿਖਵਾਇਆ ਜਾਂਦਾ। ਮੇਰੀ ਮਾਂ ਚੁੱਲ੍ਹੇ ਉੱਤੇ ਰੱਖੀ ਦਾਲ 'ਚ ਕੜਛੀ ਮਾਰ ਕੇ ਜਾਂ ਧਾਰ ਕੱਢਣ ਆਉਂਦੀ ਜਾਂਦੀ ਮੇਰੇ ਊੜੇ ਦਾ ਮੂੰਹ ਵੀ ਸਿੱਧਾ ਕਰਾ ਜਾਂਦੀ। ਐਤਵਾਰ ਵਾਲੇ ਦਿਨ ਸਾਡੀ ਘਰੇਲੂ ਪਾਠਸ਼ਾਲਾ ਦਾ ਸੈਸ਼ਨ ਕਾਫੀ ਵੱਡਾ ਹੁੰਦਾ। ਉਹ ਸਮਾਂ ਅਜਿਹਾ ਸਮਾਂ ਸੀ ਜਦੋਂ ਛਾਪੇਖਾਨੇ ਵਿੱਚੋਂ ਛਪ ਕੇ ਆਇਆ ਹਰ ਸ਼ਬਦ ਅਤੇ ਹਰ ਇੱਕ ਅੱਖਰ ਰੱਬੀ ਬਾਣੀ ਸਮਾਨ ਸਮਝਿਆ ਜਾਂਦਾ ਸੀ। ਜੇ ਕਿਧਰੇ ਕੋਈ ਛਪਿਆ ਹੋਇਆ ਕਾਗਜ਼ ਜਾਂ ਕਾਗਜ਼ ਦਾ ਟੁਕੜਾ ਧਰਤੀ 'ਤੇ ਡਿੱਗਿਆ ਮਿਲ ਜਾਂਦਾ ਤਾਂ ਅਸੀਂ ਪਹਿਲਾਂ ਉਸ ਕਾਗਜ਼ ਨੂੰ ਚੁੱਕ ਕੇ ਮੱਥੇ ਨਾਲ ਲਾ ਕੇ ਭੁੱਲ ਬਖਸ਼ਾਉਂਦੇ, ਫਿਰ ਸੰਭਾਲ ਕੇ ਸਾਫ਼ ਸੁਥਰੀ ਥਾਂ ਰੱਖ ਦਿੰਦੇ ਜਾਂ ਮਾਪਿਆਂ ਦੇ ਹੁਕਮ ਅਨੁਸਾਰ ਇਹਨੂੰ ਚੁੱਲ੍ਹੇ ਬਲਦੀ ਅੱਗ ਵਿੱਚ ਜਲਾ ਦਿੰਦੇ। ਭੁੱਲ ਕਿਸੇ ਵੀ ਕੀਤੀ ਹੁੰਦੀ, ਕਿਵੇਂ ਵੀ ਹੋਈ ਹੁੰਦੀ, ਇਹਨੂੰ ਬਖਸ਼ਾਉਣਾ ਹਰ ਉਹਦਾ ਫਰਜ਼ ਹੁੰਦਾ ਜਿਹਦੇ ਛਪਿਆ ਕਾਗਜ਼ ਹੱਥ ਲੱਗ ਜਾਂਦਾ। ਅਗਨੀ ਤਾਂ ਪਾਪੀਆਂ ਨੂੰ ਪੀ ਜਾਂਦੀ ਹੈ। ਪਾਪੀਆਂ ਦੇ ਪਾਪਾਂ ਦਾ ਧੁਲਣਾ ਤਾਂ ਮਾਮੂਲੀ ਗੱਲ ਸੀ। ਉਸ ਮਾਹੌਲ 'ਚ ਮੇਰੀ ਮਾਂ ਦੇ ਮੱਥੇ ਦਾ ਘਰ ਜਾਂ ਸਕੂਲ 'ਚ ਪੜ੍ਹੇ ਜਾਂਦੇ ਅੱਖਰਾਂ ਨਾਲ ਬਹੁਤ ਨੇੜੇ ਦਾ ਸੰਬੰਧ ਸੀ। ਪੜ੍ਹਨ ਲਿਖਣ ਜਾਂ ਛਪੀ ਹੋਈ ਲਿਖਤ ਨੂੰ ਸੰਭਾਲਣ ਵਿੱਚ ਸਾਥੋਂ ਗਲਤੀ ਹੁੰਦੀ ਤਾਂ ਮਾਂ ਦਾ ਮੱਥਾ ਤਣ ਜਾਂਦਾ। ਜੇ ਸਾਥੋਂ ਅਜਿਹੀ ਕੋਈ ਭੁੱਲ ਨਾ ਹੁੰਦੀ ਤਾਂ ਅਸੀਂ ਕਿਸੇ ਹੋਰ ਦੀ ਕੀਤੀ ਭੁੱਲ ਬਖਸ਼ਵਾਉਂਦੇ ਤਾਂ ਮਾਂ ਦਾ ਮੱਥਾ ਖਿੜ ਜਾਂਦਾ। ਮੈਂ ਆਰੀਆ ਸਕੂਲ ਖੰਨਾ ਤੋਂ 8ਵੀਂ ਜਮਾਤ ਪਾਸ ਕਰਕੇ ਆਪਣੇ ਪਿੰਡ ਦੇ ਨੇੜੇ ਵਾਲੇ ਖਾਲਸਾ ਸਕੂਲ ਮਾਲਪੁਰ ਜਾ ਲੱਗਿਆ। 9ਵੀਂ ਤੋਂ ਲੈ ਕੇ 14ਵੀਂ ਤੱਕ ਮੈਂ 6 ਜਮਾਤਾਂ ਮਾਲਪੁਰ ਦੇ ਸਕੂਲ ਦੇ ਕਾਲਜ ਤੋਂ ਪਾਸ ਕੀਤੀਆਂ। 9ਵੀਂ ਜਮਾਤ 'ਚ ਮੈਂ ਪਹਿਲੀ ਵਾਰ ਪੰਜਾਬੀ ਇੱਕ ਪੂਰੇ ਸੂਰੇ ਮਜ਼ਮੂਨ ਦੇ ਰੂਪ 'ਚ ਪੜ੍ਹਨੀ ਸ਼ੁਰੂ ਕੀਤੀ ਅਤੇ 14ਵੀਂ ਤੱਕ ਇਸੇ ਰੂਪ 'ਚ ਪੜ੍ਹੀ। ਭਾਈ ਵੀਰ ਸਿੰਘ ਦੇ ਧਾਰਮਿਕ ਅਤੇ ਗੁਰਬਖਸ਼ ਸਿੰਘ ਦੇ ਆਦਰਸ਼ਕ ਸੂਚਨਾ ਭਰੇ ਚਮਤਕਾਰ ਪੜ੍ਹਨ ਦਾ ਮੌਕਾ ਮਿਲਿਆ। ਇਹਨਾਂ ਦੇ ਛੋਟੇ ਸਮਕਾਲੀਆਂ ਦੀਆਂ ਲਿਖਤਾਂ ਨੂੰ ਨਾਲ ਮਿਲਾ ਕੇ ਹਰ ਤਰ੍ਹਾਂ ਦੇ ਪ੍ਰਸ਼ਨਾਂ ਦਾ ਪੂਰਾ ਅਤੇ ਠੀਕ ਉੱਤਰ ਦਿੱਤਾ ਜਾ ਸਕਦਾ ਸੀ। ਮੇਰੀ ਮਾਂ ਦੇ ਮਨ 'ਚ ਗੱਲਾਂ ਕਰਦਿਆਂ ਜਾਂ ਗੱਲ ਕਰਨ ਤੋਂ ਬਿਨਾਂ ਕੋਈ ਸ਼ੰਕਾ ਪੈਦਾ ਹੁੰਦਾ, ਕਿਸੇ ਨਾ ਕਿਸੇ ਦੀ ਰਚਨਾ ਦਾ ਹਵਾਲਾ ਦੇ ਕੇ ਨਿਵਰਤ ਕਰ ਦਿੱਤਾ ਜਾਂਦਾ। ਮਾਂ ਦੇ ਸ਼ੰਕੇ ਹੀ ਕਿੰਨੇ ਕੁ ਵੱਡੇ ਸਨ। ਬਸ ਇਹੀਓ ਕਿ ਧਰਤੀ, ਚੰਦ ਅਤੇ ਤਾਰੇ ਕੀ ਹਨ, ਰੱਬ ਕੀ ਹੈ। ਰੱਬ ਦੇ ਅਵਤਾਰਾਂ ਨੇ ਉਹਨੂੰ ਅਤੇ ਉਹਦੀ ਮਹਿਮਾ ਨੂੰ ਸਿੱਧ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਰੂਪ ਕਿਉਂ ਧਾਰੇ। ਮਸਤ ਹਾਥੀ ਦਾ ਬੰਦੇ ਨੇ ਅਤੇ ਬਾਜ਼ਾਂ ਦਾ ਚਿੜੀਆਂ ਨੇ ਕਿਵੇਂ ਟਾਕਰਾ ਕੀਤਾ। ਗੱਲ ਕੀ ਮਲਕ ਭਾਗੋ ਦੇ ਪਰੌਂਠਿਆਂ ਵਿੱਚੋਂ ਲਹੂ ਅਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ 'ਚੋਂ ਦੁੱਧ ਦੀਆਂ ਧਾਰਾਂ ਵਗਣ ਤੋਂ ਲੈ ਕੇ ਫਰੀਦ ਦੀ ਕਾਠ ਦੀ ਰੋਟੀ ਤੱਕ ਹਰ ਇੱਕ ਸਵਾਲ ਦਾ ਉੱਤਰ ਇਹਨਾਂ ਲੇਖਕਾਂ ਦੀਆਂ ਪੁਸਤਕਾਂ ਦੇ ਹਵਾਲੇ ਦੇ ਕੇ ਸਮਝਾਇਆ ਜਾ ਸਕਦਾ ਸੀ। ਹਰ ਸ਼ੰਕੇ ਨਾਲ ਮੇਰੀ ਮਾਂ ਦੇ ਮੱਥੇ ਉੱਤੇ ਕੁਝ ਲਕੀਰਾਂ ਪ੍ਰਸ਼ਨ ਚਿੰਨ੍ਹ ਬਣ ਕੇ ਉੱਭਰਦੀਆਂ। ਹਰ ਵਿਆਖਿਆ ਦਾ ਹਵਾਲਾ ਮਿਲਣ ਤੋਂ ਪਿੱਛੋਂ ਇਹੀਓ ਮੱਥਾ ਸਾਫ਼ ਸ਼ਫਾਫ ਹੋ ਜਾਂਦਾ। ਮਾਣੇ ਸਤਿਕਾਰੇ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਅਤੇ ਇਹਨਾਂ ਦਾ ਹੋ ਰਿਹਾ ਆਦਰ ਮਾਣ ਵੇਖ ਕੇ ਮੈਨੂੰ ਵੀ ਲਿਖਣ ਦਾ ਸ਼ੌਕ ਪੈਦਾ ਹੋ ਗਿਆ। ਮੇਰੇ ਲਿਖਣ ਦੇ ਸ਼ੌਕ ਕਾਰਨ ਮੈਨੂੰ ਕਾਲਜ ਦੀ ਸਾਹਿਤ ਸਭਾ ਦਾ ਮੈਂਬਰ ਅਤੇ ਕਾਲਜ ਦੇ ਮੈਗਜ਼ੀਨ ਦਾ ਸੰਪਾਦਕ ਵੀ ਬਣਾਇਆ ਗਿਆ। ਪਰ ਲਿਖਣ ਅਤੇ ਲਿਖ ਕੇ ਛਪਣ ਦੀ ਮੇਰੀ ਭੁੱਖ ਉਦੋਂ ਪੂਰੀ ਹੋਈ ਜਦੋਂ ਮੈਂ ਮਾਲਪੁਰ ਤੋਂ BA ਪਾਸ ਕਰਕੇ ਨੌਕਰੀ ਅਤੇ ਪੜ੍ਹਾਈ ਦੀ ਭਾਲ ਵਿੱਚ ਦਿੱਲੀ ਆਇਆ ਅਤੇ ਆਉਂਦੇ ਸਾਰ ਹੀ ਮੈਨੂੰ ਸਪਤਾਹਿਕ ਫਤਿਹ ਮਾਸਿਕ ਪ੍ਰੀਤਮ ਦੀ ਸੰਪਾਦਨਾ ਨਾਲ ਸੰਬੰਧਿਤ ਕੰਮ ਮਿਲ ਗਿਆ। ਹਰ ਉਹ ਗੱਲ ਜਿਹੜੀ ਮੈਨੂੰ ਤੀਬਰਤਾ ਨਾਲ ਮਹਿਸੂਸ ਹੁੰਦੀ ਹੈ ਮੈਂ ਲਿਖ ਸਕਦਾ ਸਾਂ ਅਤੇ ਲਿਖ ਕੇ ਆਪ ਹੀ ਛਾਪ ਸਕਦਾ ਸਾਂ। ਆਪਣੀ ਗੱਲ ਜਾਂ ਦਲੀਲ ਦਾ ਜ਼ਿਕਰ ਨਾ ਵੀ ਕਰੀਏ ਤਾਂ ਹਰ ਉਸ ਕਿਸੇ ਦਲੀਲ ਛਾਪਣ ਦਾ ਹੱਕ ਤਾਂ ਹੈ ਹੀ ਜਿਹੜੀ ਵੀ ਮੇਰੇ ਮਨ ਨੂੰ ਜੱਚ ਜਾਂਦੀ। ਸਿਰਜਣਾ ਤੱਕ ਹੀ ਸਿਰਜਣਹਾਰੇ ਮੇਰੇ ਕੋਲ ਆਉਂਦੇ ਸਨ।
ਆ ਕੇ ਮੇਰੇ ਨਾਲ ਗੱਲਾਂ ਕਰਦੇ ਸਨ। ਉਸ ਵਰੇ ਜਿਹੜਾ ਵਾਰਸ਼ਿਕ ਅੰਕ ਅਸੀਂ ਕੱਢਿਆ, ਉਸ 'ਚ ਹੋਰਨਾਂ ਲੇਖਕਾਂ ਦੇ ਨਾਲ ਮੇਰੀ ਆਪਣੀ ਫੋਟੋ ਵੀ ਸੀ। ਆਪਣੇ ਆਪ ਹੀ ਛਪਣੀ ਸੀ, ਛਾਪ ਲਈ। ਮਾਸਿਕ ਪ੍ਰੀਤਮ ਵਿੱਚ ਛਪੀ ਆਪਣੀ ਤਸਵੀਰ ਵਾਲਾ ਅੰਕ ਮੈਂ ਆਪਣੇ ਉਸ ਅਧਿਆਪਕ ਨੂੰ ਵੀ ਭੇਜਿਆ, ਜਿਹੜਾ ਕਹਿੰਦਾ ਸੀ ਕਿ ਮੈਂ ਇੱਕ ਦਿਨ ਚੰਗਾ ਲੇਖਕ ਬਣਾਂਗਾ, ਤੇ ਆਪਣੀ ਮਾਂ ਨੂੰ ਵੀ, ਜਿਹੜੀ ਲਿਖੇ ਛਪੇ ਸ਼ਬਦਾਂ ਦੀ ਕਦਰ ਕਰਦੀ ਸੀ ਤੇ ਹਰ ਪਾਠ ਪੋਥੀ ਨੂੰ ਰੁਮਾਲਿਆਂ 'ਚ ਲਪੇਟ ਕੇ ਰੱਖਦੀ ਸੀ। ਪਾਠ ਪੁਸਤਕਾਂ ਉਹਦੇ ਮੱਥੇ ਦੀਆਂ ਲਕੀਰਾਂ ਨੂੰ ਗੰਧਲੀਆਂ ਤੋਂ ਸਾਫ਼ ਤੇ ਟੇਢੀਆਂ ਤੋਂ ਸਿੱਧੀਆਂ ਕਰਦੀਆਂ ਸਨ। ਫਤਿਹ ਪ੍ਰੀਤਮ ਦੀ ਨੌਕਰੀ ਛੱਡਣ ਤੋਂ ਪਿੱਛੋਂ ਵੀ ਮੇਰਾ ਲਿਖਣ ਦਾ ਸ਼ੌਕ ਜਾਰੀ ਰਿਹਾ। ਪੰਜਾਬੀ ਦੇ ਮੰਨੇ ਪ੍ਰਮੰਨੇ ਰਸਾਲਿਆਂ ਵਿੱਚ ਮੇਰੀਆਂ ਕਹਾਣੀਆਂ ਛਪਣ ਲੱਗੀਆਂ। ਉਹਨਾਂ ਦੇ ਅੰਗਰੇਜ਼ੀ ਤੇ ਹਿੰਦੀ ਵਿੱਚ ਅਨੁਵਾਦ ਹੋਏ ਤੇ ਛਪੇ। ਰੇਡੀਓ ਤੇ ਟੈਲੀਵਿਜ਼ਨ ਵਾਲਿਆਂ ਨੇ ਮੈਨੂੰ ਆਪਣੇ ਆਪ ਪ੍ਰੋਗਰਾਮ ਦੇਣੇ ਸ਼ੁਰੂ ਕਰ ਦਿੱਤੇ। ਮੇਰੇ ਪੰਜਾਬੀ ਪੜ੍ਹਨ ਵਾਲੇ ਸੰਬੰਧੀ ਤੇ ਦੋਸਤ ਜਾਂ ਰੇਡੀਓ ਤੇ ਟੈਲੀਵਿਜ਼ਨ ਦਾ ਪ੍ਰੋਗਰਾਮ ਵੇਖਣ ਲਈ ਮੇਰੇ ਮਿੱਤਰ, ਮੇਰੀ ਨਾਨਕੀ ਤੇ ਦਾਦਕੀ ਮੇਰੇ ਗੱਲ ਕਰਦੇ। ਮੇਰੀ ਮਾਂ ਮਾਣ ਨਾਲ ਫੁੱਲ ਜਾਂਦੀ ਤੇ ਉਹਦੇ ਮੱਥੇ ਦੀਆਂ ਲਕੀਰਾਂ ਸਾਫ਼ ਤੇ ਸੋਹਣੀਆਂ ਹੋ ਜਾਂਦੀਆਂ। 10 ਕੁ ਵਰ੍ਹੇ ਹੋਏ ਏਸ਼ੀਆਈ ਲੇਖਕਾਂ ਦੀ ਕਾਨਫਰੰਸ 'ਚ ਭਾਗ ਲੈਣ ਆਈ ਆਸਟ੍ਰੇਲੀਆ ਦੀ ਇੱਕ ਨੋਵਲਿਸਟ ਬੈਟੀ ਕਲਿੰਸ ਮੇਰੀ ਦੋਸਤ ਬਣ ਗਈ। ਮੇਰੀ ਧਰਤੀ ਤੇ ਮੇਰੇ ਲੋਕਾਂ ਦਾ ਜ਼ਿਕਰ ਸੁਣ ਕੇ ਉਹਦਾ ਮੇਰਾ ਪਿੰਡ ਵੇਖਣ ਨੂੰ, ਮੇਰੀ ਮਾਂ ਨੂੰ ਮਿਲਣ ਨੂੰ ਜੀ ਕਰ ਆਇਆ। ਮੈਂ ਘਰ ਚਿੱਠੀ ਲਿਖੀ ਕਿ ਇੱਕ ਆਸਟ੍ਰੇਲੀਆ ਦੀ ਮੇਮ ਮੇਰੇ ਨਾਲ ਪਿੰਡ ਆ ਰਹੀ ਹੈ, ਤੇ ਮੇਰੀ ਮਾਂ ਦਾ ਮੱਥਾ ਮਾਣ ਨਾਲ ਚੌੜਾ ਹੋ ਗਿਆ। ਉਹਨੇ ਗੱਲ ਆਪਣੇ ਸਾਰੇ ਭਾਈਚਾਰੇ ਨੂੰ ਦੱਸੀ। ਬੈਟੀ ਦੇ ਪਿੰਡ ਪਹੁੰਚਣ ਤੋਂ ਪਿੱਛੋਂ ਮੇਰੇ ਘਰਦਿਆਂ ਦੇ 1-2 ਦਿਨ ਤਾਂ ਮੇਮ ਦੀਆਂ ਆਦਤਾਂ ਜਾਣਨ ਤੇ ਸਮਝਣ 'ਚ ਲੱਗ ਪਏ। ਉਸ ਤੋਂ ਪਿੱਛੋਂ ਇੱਕ ਦਿਨ ਵਿਹਲੇ ਬੈਠਿਆਂ ਆਪੋ ਆਪਣੇ ਧਰਮਾਂ ਦੀਆਂ ਗੱਲਾਂ ਤੁਰ ਪਈਆਂ। ਬੈਟੀ ਕਿਹਨੂੰ ਪੁੱਛਦੀ ਸੀ, ਉਹਦੀ ਧਾਰਮਿਕ ਪੁਸਤਕ ਕਿਹੋ ਜਿਹੀ ਸੀ, ਤੇ ਉਹਦੇ ਵੱਡੇ ਵਡੇਰਿਆਂ ਤੇ ਪੈਗੰਬਰਾਂ ਨੇ ਕੀ ਕੁਰਬਾਨੀਆਂ ਕੀਤੀਆਂ ਸੀ ਤੇ ਕਿਹੜੇ ਚਮਤਕਾਰ ਨੇ ਵਿਖਾਏ ਸਨ। ਮੈਂ ਮਾਂ ਤੇ ਬੈਟੀ ਵਿਚਕਾਰ ਦੁਭਾਸ਼ੀਏ ਦਾ ਫਰਜ਼ ਨਿਭਾ ਰਹੀ ਸੀ। ਮੇਰੀ ਮਾਂ ਪੰਜਾਬੀ 'ਚ ਪ੍ਰਸ਼ਨ ਕਰਦੀ, ਬੈਟੀ ਅੰਗਰੇਜ਼ੀ 'ਚ ਉੱਤਰ ਦਿੰਦੀ। ਬੈਟੀ ਅੰਗਰੇਜ਼ੀ 'ਚ ਪ੍ਰਸ਼ਨ ਤੇ ਮਾਂ ਪੰਜਾਬੀ 'ਚ ਉੱਤਰ ਦਿੰਦੀ। ਮੈਂ ਦੋਹਾਂ ਦਾ ਉਲਥਾ ਕਰ ਕਰਕੇ ਸਮਝਾਉਂਦਾ। ਪਤਾ ਨਹੀਂ ਕਿਉਂ ਤੇ ਕਿਵੇਂ ਮੇਰੀ ਮਾਂ ਨੇ ਮੈਨੂੰ ਕਿਹਾ ਵੀ ਮੈਂ ਬੈਟੀ ਨੂੰ ਦੱਸਾਂ ਕਿ ਸਾਡੇ ਗੁਰੂਆਂ ਵਿੱਚ ਕਿੰਨੀ ਰੱਬੀ ਸ਼ਕਤੀ ਸੀ, ਮੱਕਾ ਫੇਰਨਾ ਤੇ ਪਰਬਤ ਨੂੰ ਪੰਜੇ ਨਾਲ ਰੋਕਣਾ ਤੇ ਹੋਰ ਕਈ ਕੁਝ। ਮੈਂ ਮਾਂ ਦੀ ਇੱਛਾ ਬੈਟੀ ਨੂੰ ਦੱਸੀ ਤੇ ਸਮਝਾਈ। ਇਹਦੇ ਨਾਲ ਹੀ ਧਰਮ ਵਿੱਚ ਅੱਤ ਕਥਨੀ ਵੱਲ ਇਸ਼ਾਰਾ ਕਰਕੇ ਮੁਸਕਰਾਇਆ। ਬੈਟੀ ਵੀ ਮੁਸਕਰਾ ਪਈ। ਸਾਡੇ ਮੁਸਕਰਾਉਣ ਤੋਂ ਮੇਰੀ ਮਾਂ ਨੂੰ ਪਤਾ ਲੱਗ ਗਿਆ ਵੀ ਮੈਂ ਉਹਦੀ ਗੱਲ ਬੈਟੀ ਤੱਕ ਪਹੁੰਚਾਉਂਦਿਆਂ ਉਸ ਵਿੱਚ ਆਪਣੀ ਸ਼ਰਧਾਹੀਣਤਾ ਵੀ ਮਿਲਾ ਦਿੱਤੀ ਹੈ। ਮੇਰੀ ਮਾਂ ਦਾ ਸ਼ੰਕਾ ਸਾਫ਼ ਕਰਨ ਲਈ ਮੇਰੇ ਕੋਲ ਬੈਠੀ ਮੇਰੀ ਭੈਣ ਨੇ ਦੱਸ ਹੀ ਦਿੱਤਾ ਕਿ ਮੈਂ ਮੱਕਾ ਫੇਰਨ ਤੇ ਪਰਬਤ ਪੰਜੇ ਵਾਲੀ ਗੱਲ ਦੱਸਦਿਆਂ ਨਾਲੇ ਵੀ ਕਹਿ ਦਿੱਤਾ ਸੀ ਵੀ ਜ਼ਰੂਰੀ ਨਹੀਂ ਇਹ ਘਟਨਾਵਾਂ ਜ਼ਰੂਰ ਹੀ ਵਾਪਰੀਆਂ ਹੋਣ ਤੇ ਇਸੇ ਰੂਪ 'ਚ ਵਾਪਰੀਆਂ ਹੋਣ। ਮੇਰੀ ਮਾਂ ਦੇ ਚਿਹਰੇ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ। ਮੈਨੂੰ ਮਾਪਿਆਂ ਤੋਂ ਦੂਰ ਦਿੱਲੀ ਰਹਿੰਦਿਆਂ 20 ਸਾਲ ਹੋ ਗਏ ਸਨ ਤੇ ਮੇਰੀ ਮਾਂ ਨੂੰ ਇਹ ਨਹੀਂ ਸੀ ਪਤਾ ਕਿ ਸਕੂਲੇ ਪੜ੍ਹਦਾ ਤੇ ਨਿੱਕੀਆਂ ਗੱਲਾਂ ਬਾਰੇ ਬਹਿਸਾਂ ਕਰਦਾ ਉਹਦਾ ਪੁੱਤਰ ਇਸ ਹੱਦ ਤੱਕ ਬੇਮੁਖ ਹੋ ਗਿਆ। ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਮੇਮ ਦੋਸਤ ਮੇਰੀ ਮਾਂ ਦਾ ਝੁਰੜੀਆਂ ਨਾਲ ਮੁਰਝਾਇਆ ਚਿਹਰਾ ਵੇਖੇ। ਮੈਂ ਮਾਂ ਦੇ ਚਿਹਰੇ ਦੀਆਂ ਝੁਰੜੀਆਂ ਤੇ ਉਹਦੇ ਮਨ ਦੇ ਸ਼ੰਕੇ ਨੂੰ ਸਾਫ਼ ਕਰਨ ਲਈ ਆਪਣਾ ਬਚਪਨ ਵਾਲਾ ਹਥਿਆਰ ਵਰਤਿਆ। ਯਕੀਨ ਨਹੀਂ ਆਉਂਦਾ ਤਾਂ ਪੁਸਤਕ ਛਪਿਆ ਦਿਖਾਵਾਂ ਕਿ ਮੈਂ ਇੰਨਾ ਵੱਡਾ ਪੁਸਤਕਾਂ 'ਚ ਛਪਿਆ ਮਿਲਦਾ ਕਿ ਮੇਰੀ ਮਾਂ ਦੇ ਮੱਥੇ ਦੀਆਂ ਝੁਰੜੀਆਂ ਹੋਰ ਵੀ ਟੇਢੀਆਂ ਹੋ ਤੇ ਡੂੰਘੀਆਂ ਹੋ ਗਈਆਂ। ਇੰਝ ਲੱਗਦਾ ਸੀ ਜਿਵੇਂ ਉਹਦੀਆਂ ਪੜ੍ਹੀਆਂ ਪੋਥੀਆਂ ਦੇ ਵਰਕੇ ਲੀਰੋ ਲੀਰ ਹੋ ਗਏ ਤੇ ਗਲੀਆਂ ਚੋੜਨ ਲੱਗ ਪਏ। ਉਹਦੇ ਪੜ੍ਹੇ ਤੇ ਲਿਖੇ ਸ਼ਬਦਾਂ ਦੇ ਰੂਪ ਵਿਚਕਾਰ ਬਦਲਦੇ ਗਏ। 35 ਅੱਖਰੀ ਦੇ ਸਾਰੇ ਅੱਖਰ ਚਿੱਬੇ ਤੇ ਠਿੱਬੇ ਹੋ ਗਏ ਹੁਣ। ਮਾਂ ਨੂੰ ਚਿੰਤਾ 'ਚ ਡੁੱਬੀ ਵੇਖ ਕੇ ਬੈਟੀ ਨੂੰ ਮੇਰੇ ਅਰਥਾਂ ਉੱਤੇ ਗੁੱਸਾ ਤੇ ਆਪਣੇ ਮੁਸਕਰਾਉਣ ਤੇ ਸ਼ਰਮ ਆ ਗਈ। ਹਾਸੇ ਮਖੌਲ ਦਾ ਸਾਰਾ ਮਾਹੌਲ ਖਰਾਬ ਹੋ ਗਿਆ। ਮੈਨੂੰ ਆਪ ਨੂੰ ਬੜਾ ਦੁੱਖ ਸੀ ਕਿ ਮੈਂ ਮਾਂ ਦਾ ਦਿਲ ਦੁਖਾ ਕੇ ਮੈਨੂੰ ਕੀ ਮਿਲਿਆ। ਮੇਰੀ ਮਾਂ ਦਾ ਨਿਰਾਸ਼ ਚਿਹਰਾ ਵੇਖਣ ਨੂੰ ਦਿਲ ਨਹੀਂ ਸੀ ਚਾਹ ਰਿਹਾ। ਫਿਰ ਅਚਾਨਕ ਹੀ ਮੇਰੀ ਮਾਂ ਦੇ ਚਿਹਰੇ 'ਤੇ ਰੌਣਕ ਆ ਗਈ। ਉਸ ਤਰ੍ਹਾਂ ਦੀ ਰੌਣਕ ਜਿਹੜੀ ਪੁਸਤਕ 'ਚ ਲਿਖੀ ਤੇ ਛਪੀ ਹਰ ਗੱਲ ਨਾਲ ਆਉਂਦੀ ਹੁੰਦੀ ਸੀ। ਮੈਂ ਖੁਸ਼ ਸੀ। ਮੇਰੇ ਮਾਂ ਨੂੰ ਗੱਲ ਸਮਝ ਆ ਗਈ ਸੀ। ਪੁਸਤਕ
ਉਹ ਮੱਥੇ ਦੀਆਂ ਤਿਉੜੀਆਂ ਨੂੰ ਸਾਫ਼ ਕਰਦੀ ਬੋਲੀ, ਕਿਸੇ ਤੇਰੇ ਵਰਗੇ ਨੇ ਲਿਖ ਦਿੱਤਾ ਹੋ। ਪੁਸਤਕ ਵਿੱਚ ਛਪੇ ਕਾਲੇ ਅੱਖਰ ਵੀ ਝੂਠੇ ਸਨ। ਮੇਰੀ ਮਾਂ ਨੂੰ ਹੁਣ ਪਤਾ ਲੱਗਿਆ, ਝੂਠੇ ਅੱਖਰ ਕੁਝ ਵੀ ਆਖਣ, ਮੇਰੀ ਮਾਂ ਦੇ ਚਿਹਰੇ ਦੀਆਂ ਲਕੀਰਾਂ ਸਾਫ਼ ਸਨ। ਧੰਨਵਾਦ।